ਬਿਲਾਵਲ ਮਹਿਲਾ ਪੰਜਵਾਂ। ਪਾਣੀ ਪੱਖਾ ਪੀਸ ਦਾਸ ਕੈ, ਤਬ ਹੋਹਿ ਨਿਹਾਲ। ਰਾਜ ਮਿਲਕ ਸਿਕਦਾਰੀਆਂ, ਅਗਨੀ ਮਹਿ ਜਾਲ। ਪਾਣੀ ਪੱਖਾ ਪੀਸ ਦਾਸ ਕੈ, ਤਬ ਹੋਹਿ ਨਿਹਾਲ। ਰਾਜ ਮਿਲਕ ਸਿਕਦਾਰੀਆਂ, ਅਗਨੀ ਮਹਿ ਜਾਲ। ਸੰਤ ਜਨਾ ਕਾ ਛੋਹਰਾ, ਤਿਸ ਚਰਣੀ ਲਾਗ। ਮਾਇਆ ਧਾਰੀ ਛਤਰਪਤ, ਤਿਨ ਛੋਡੋ ਤਿਆਗ। ਰਹਾਉ ਸੰਤਨ ਕਾ ਦਾਨਾ ਰੂਖਾ, ਸੋ ਸਰਬ ਨਿਧਾਨ। ਗ੍ਰਹਿ ਸਾਕਤ ਛਤੀ ਪ੍ਰਕਾਰ, ਤੇ ਵਿਖੂ ਸਮਾਨ। ਭਗਤ ਜਨਾ ਕਾ ਲੂੰਗਰਾ, ਓਡ ਨਗਨ ਨਾ ਹੋਈ। ਸਾਕਤ ਸਿਰ ਪਾਉ ਰੇਸਮੀ, ਪਹਿਰਤ ਪਤ ਖੋਈ। ਸਾਕਤ ਸਿਉ ਮੁਖ ਜੋਰੀਐ, ਅਧ ਵਿਚੋ ਟੂਟੈ। ਹਰ ਜਨ ਕੀ ਸੇਵਾ ਜੋ ਕਰੇ, ਇਤ ਉਤੈ ਛੂਟੈ। ਸਭ ਕਿਛ ਤੁਮ ਹੀ ਤੇ ਹੋਆ, ਆਪ ਬਣਤ ਬਣਾਈ। ਦਰਸ਼ਨ ਭੇਟਤ ਸਾਧਕਾ, ਨਾਨਕ ਗੁਣ ਗਾਈ। ਸਭ ਕਿਛ ਤੁਮ ਹੀ ਤੇ ਹੋਆ, ਆਪ ਬਣਤ ਬਣਾਈ। ਦਰਸ਼ਨ ਭੇਟਤ ਸਾਧਕਾ, ਨਾਨਕ ਗੁਣ ਗਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋਂ ਜੁਗ ਅਟਲ। ਸ਼ਬਦ ਗੁਰੂ ਬਾਣੀ ਕੇ ਬੋਹਿਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਏਮਾਨ ਹੋਏ ਬੈਠੇ ਸਤਸੰਗੀ ਜਨੋ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਅੱਜ ਦਾ ਪਾਵਨ ਮੁੱਖ ਵਾਕ ਬਿਲਾਵਲ ਰਾਗ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਇਹ ਪਾਵਨ ਸ਼ਬਦ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਾਵਨ ਅੰਕ 811 ਦੇ ਉੱਤੇ ਸੁਭਾਏਮਾਨ ਹੈ। ਇਸ ਸ਼ਬਦ ਦਾ ਕੇਂਦਰੀ ਭਾਵ ਹੈ, ਸੰਤ ਜਨਾ ਕਾ ਛੋਹਰਾ, ਤਿਸ ਚਰਨੀ ਲਾਗ। ਮਾਇਆ ਧਾਰੀ ਛਤਰਪਤ, ਤਿਨ ਛੋਡੋ ਤਿਆਗ। ਰਹਾਉ। ਸਤਿਗੁਰੂ ਜੀ ਆਖ ਰਹੇ ਹਨ, ਜਿਹੜੇ ਰੱਬ ਦੇ ਪਿਆਰੇ ਹਨ, ਸੰਤ ਜਨ ਹਨ, ਗੁਰਮੁਖ ਜਨ ਹਨ, ਉਹਨਾਂ ਗੁਰਮੁਖ ਜਨਾਂ ਦਾ ਕੋਈ ਛੋਰਾ, ਛੋਰਾ ਦਾ ਅਰਥ ਹੁੰਦਾ ਵੈਸੇ ਉਹਨਾਂ ਦਾ ਚੇਲਾ।
ਸੰਤ ਜਨਾਂ ਦਾ ਕੋਈ ਸਪੁੱਤਰ, ਆਓ ਕਿ ਸੰਤਾਂ ਦਾ, ਗੁਰਮੁਖਾਂ ਦਾ, ਰੱਬ ਦੇ ਪਿਆਰਿਆਂ ਦਾ ਕੋਈ ਚੇਲਾ ਹੋਵੇ, ਸੇਵਕ ਹੋਵੇ, ਤਿਸ ਚਰਨੀ ਲਾਗ, ਉਸ ਛੋਟੇ ਜਿਹੇ ਸੇਵਕ ਦੇ ਚਰਨੀ ਲੱਗਣਾ ਚਾਹੀਦਾ, ਉਸਦੇ ਚਰਨਾਂ ਦੇ ਨਾਲ ਜੁੜ। ਆਓ ਕਿ ਉੱਥੋਂ ਵੀ ਸਾਨੂੰ ਜੀਵਨ ਦੇ ਵਿੱਚੋਂ ਕੋਈ ਅਧਿਆਤਮ ਦਾ ਗਿਆਨ ਜਿਹੜਾ ਉਹ ਪ੍ਰਾਪਤ ਹੋ ਸਕਦਾ ਹੈ। ਜਿਵੇਂ ਚੰਦਨ ਦੇ ਨਾਲ ਹੋਰ ਬਹੁਤ ਸਾਰੇ ਰੁੱਖ ਹੁੰਦੇ ਨੇ, ਉਹਨਾਂ ਦੇ ਵਿੱਚੋਂ ਵੀ ਚੰਦਨ ਦੀ ਖੁਸ਼ਬੂ ਆਉਣ ਲੱਗ ਪੈਂਦੀ ਹੈ। ਇਸ ਤਰ੍ਹਾਂ ਭਗਤਾਂ ਦੀ ਸੰਗਤ ਵਿੱਚ ਰਹਿਣ ਵਾਲਾ ਕੋਈ ਉਹਨਾਂ ਦਾ ਛੋਟਾ ਮੋਟਾ ਚੇਲਾ, ਸੇਵਕ, ਮਹਾਰਾਜ ਕਹਿੰਦੇ ਨੇ ਉਸਦੇ ਚਰਨੀ ਲੱਗ, ਉਸਦੇ ਨਾਲ ਰਹਿ, ਉਸਦੇ ਨੇੜੇ ਹੋ, ਉਸਦੀ ਸੰਗਤ ਕਰ। ਪਰ ਦੂਜੇ ਪਾਸੇ ਕਹਿਣ ਲੱਗੇ ਮਾਇਆ ਧਾਰੀ ਛਤਰਪਤ ਤਿਨ ਛੋਡੋ ਤਿਆਗ। ਕੋਈ ਮਾਇਆ ਧਾਰੀ ਛਤਰਪਤੀ ਹੋਵੇ, ਕਹਿੰਦੇ ਉਹਨਾਂ ਨੂੰ ਛੱਡ ਦੇ ਅਤੇ ਉਹਨਾਂ ਦਾ ਤਿਆਗ ਕਰ ਦੇ। ਮਹਾਰਾਜ ਐਸਾ ਕਿਉਂ? ਕਿਉਂਕਿ ਜਦੋਂ ਅਸੀਂ ਮਾਇਆ ਧਾਰੀਆਂ ਦੀ ਸੰਗਤ ਕਰਦੇ ਹਾਂ, ਮਾਇਆ ਧਾਰੀ ਦਾ ਅਰਥ ਇਹ ਨਹੀਂ ਕਿ ਜਿਹਦੇ ਕੋਲ ਬਹੁਤ ਮਾਇਆ। ਮਾਇਆ ਧਾਰੀ ਦਾ ਅਰਥ ਹੈ ਜਿਹੜਾ ਕਿ ਮਾਇਆ ਦੇ ਵਿੱਚ ਨਿਰੰਕਾਰ ਨੂੰ ਭੁੱਲ ਗਿਆ। ਉਸਨੂੰ ਮਾਰ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਰੋਲ ਖਚੋਲਾ। ਉਹ ਗੁਰੂ ਕਾ ਸ਼ਬਦ ਨਹੀਂ ਸੁਣਦਾ, ਉਸ ਮਾਇਆ ਧਾਰੀ ਦੀ ਗੱਲ ਚੱਲ ਰਹੀ ਹੈ। ਛਤਰਪਤੀ ਜਿਹੜਾ ਕਿ ਛਤਰਪਤੀ ਹੋਵੇ, ਰਾਜਾ ਹੋਵੇ, ਆਖਣ ਲੱਗੇ ਉਹਨੂੰ ਛੱਡ ਦੇ ਅਤੇ ਉਸਦਾ ਤਿਆਗ ਕਰ ਦੇ। ਉਸਨੂੰ ਇਸ ਤਰ੍ਹਾਂ ਸਮਝ ਲਈਏ ਜਿਵੇਂ ਕਬੀਰ ਸਾਹਿਬ ਨੇ ਕਿਹਾ, ਕਬੀਰ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ, ਬਾਸਨ ਕਾਰੋ ਪਰਸੀਏ, ਤਾਂ ਕਿਸ ਲਾਗੇ ਦਾਗ। ਜਿਹੜਾ ਹੈ ਮਾਇਆ ਧਾਰੀ ਨਾ, ਉਹਦੇ ਨਾਲ ਰਹਾਂਗੇ ਅਤੇ ਦਾਗ ਜ਼ਰੂਰ ਲੱਗੇਗਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਉਹਨੂੰ ਛੱਡ ਦੇ, ਉਹਦਾ ਤਿਆਗ ਕਰ ਦੇ। ਫਿਰ ਕਹਿ ਰਹੇ ਨੇ ਪਾਣੀ ਪੱਖਾ ਪੀਸ ਦਾਸ ਕੈ। ਜਿਹੜਾ ਸੰਤ ਜਨਾਂ ਦਾ ਛੋਰਾ ਹੈ ਨਾ, ਜਿਹਦੇ ਚਰਨੇ ਲੱਗਣ ਵਾਸਤੇ ਕਹਿ ਰਹੇ ਨੇ ਕਿ ਉਸਦੇ ਵਾਸਤੇ ਇਹ ਭਾਈ ਪਾਣੀ ਢੋਇਆ ਕਰ, ਪੱਖਾ ਝੱਲਿਆ ਕਰ ਅਤੇ ਆਟਾ ਪੀਆ ਕਰ, ਤਬ ਹੋਹੇ ਨਿਹਾਲ। ਆਓ ਕਿ ਜਦੋਂ ਸੰਤ ਜਨਾਂ, ਗੁਰਮੁਖਾਂ, ਭਗਤਾਂ ਦੇ ਚੇਲੇ ਦੀ ਵੀ ਤੂੰ ਸੇਵਾ ਕਰੇ, ਆਓ ਸੰਗਤ ਦੀ ਸੇਵਾ ਕਰੇ, ਉਹਨਾਂ ਨੂੰ ਪਾਣੀ ਢੋ ਕੇ ਉਹਨਾਂ ਦੀ ਸੇਵਾ ਕਰੇ, ਪੱਖਾ ਝੱਲਿਆ ਕਰੇ, ਆਟਾ ਪੀਆ ਕਰ, ਤਦੋਂ ਤੂੰ ਆਨੰਦ ਮਾਣੇਗਾ, ਨਿਹਾਲ ਹੋ ਜਾਏਗਾ। ਉਹਨਾਂ ਦੀ ਸੇਵਾ ਵਿੱਚ ਰਿਹਾ ਤੈਨੂੰ ਆਨੰਦ ਦੀ ਪ੍ਰਾਪਤੀ ਹੋਏਗੀ। ਔਰ ਦੂਜੇ ਪਾਸੇ ਮਰ ਕਹਿੰਦੇ ਰਾਜ ਮਿਲਖ ਸਿੱਖਦਾਰੀਆਂ ਅਗਨੀ ਮੈਂ ਜਾਲ। ਰਾਜ ਕਹਿੰਦੇ ਨੇ ਹਕੂਮਤ ਨੂੰ, ਮਰ ਕਹਿੰਦੇ ਦੁਨੀਆ ਦੀਆਂ ਹਕੂਮਤਾਂ, ਮਿਲਖ ਕਹਿੰਦੇ ਨੇ ਜ਼ਮੀਨ ਦੀ ਮਾਲਕੀਅਤ, ਅਤੇ ਸਿੱਖਦਾਰੀਆਂ ਦਾ ਅਰਥ ਹੈ ਸਰਦਾਰੀਆਂ। ਅਗਨੀ ਮੈਂ ਜਾਲ, ਇਹਨਾਂ ਨੂੰ ਅੱਗ ਦੇ ਵਿੱਚ ਸਾੜ ਦੇ ਪਾਓ, ਇਹਨਾਂ ਦਾ ਲਾਲਚ ਛੱਡ ਦੇ। ਕਿਉਂਕਿ ਜਦੋਂ ਇਹਨਾਂ ਦੇ ਲਾਲਚ ਵਸ ਪੈ ਜਾਂਦੇ ਆ, ਫਿਰ ਪਰਮਾਤਮਾ ਦੀ ਬੰਦਗੀ ਨਹੀਂ ਹੋ ਪਾਉਂਦੀ, ਰੱਬ ਦੇ ਨਾਲ ਨੇੜਤਾ ਜਿਹੜੀ ਉਹ ਖਤਮ ਹੋ ਜਾਂਦੀ ਹੈ। ਫਿਰ ਅਸੀਂ ਇਹਨਾਂ ਦੇ ਮਗਰ ਮਗਰ ਦੌੜੀ ਚਲੇ ਜਾਂਦੇ ਹਨ। ਆਓ ਕਿ ਸਾਡਾ ਫਿਰ ਰੱਬ ਨਾਲ ਸੰਬੰਧ ਟੁੱਟ ਜਾਂਦਾ ਹੈ, ਸੱਚ ਨਾਲ ਸੰਬੰਧ ਟੁੱਟ ਜਾਂਦਾ ਹੈ। ਇਸ ਦੇ ਲਾਲਚ ਵਿੱਚ ਅਸੀਂ ਮਾੜੇ ਤੋਂ ਮਾੜਾ ਕਰਮ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਸ ਕਰਕੇ ਮੈਂ ਕਹਿੰਦਾ ਅੱਗ ਦੇ ਅੰਦਰ ਸਾੜ ਦੇ ਇਹਨਾਂ ਨੂੰ। ਦੁਨੀਆ ਦੀਆਂ ਹਕੂਮਤਾਂ, ਜ਼ਮੀਨ ਦੀ ਮਾਲਕੀਅਤ ਅਤੇ ਦੁਨੀਆ ਦੀਆਂ ਸਰਦਾਰੀਆਂ। ਇਸ ਕਰਕੇ ਪੁਰਾਤਨ ਸਿੱਖ ਹੋਏ ਭਾਈ ਨਵਾਬ ਕਪੂਰ ਵਰਗੇ, ਜਿਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਸਰਦਾਰੀਆਂ ਨਹੀਂ ਚਾਹੀਦੀਆਂ, ਵਾਪਸ ਲੈ ਜਾਓ, ਮਲਕੀਅਤ ਨਹੀਂ ਚਾਹੀਦੀ ਤੁਹਾਡੀ ਸਾਨੂੰ। ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਸ ਮਲਕੀਅਤ ਦੇ ਨਾਲ ਸਾਡਾ ਮਨ ਖਰਾਬ ਹੋ ਸਕਦਾ ਹੈ। ਇਸ ਕਰਕੇ ਅਗਲੇ ਵਚਨ ਕੀਤੇ ਮਹਾਰਾਜ ਨੇ, ਕਹਿਣ ਲੱਗੇ ਸੰਤਨ ਕਾ ਦਾਨਾ ਰੁੱਖਾ। ਗੁਰਮੁਖਾਂ ਦੇ ਕੋਲ ਰਹਿ ਕੇ ਰੁੱਖਾ ਸੁੱਖਾ ਦਾਣਾ ਖਾ ਕੇ ਮਨੁੱਖ ਗੁਜ਼ਾਰਾ ਕਰਦਾ। ਕਹਿੰਦੇ ਸੋ ਸਰਬ ਨਿਧਾਨ, ਉਹ ਹਰ ਇੱਕ ਪ੍ਰਕਾਰ ਦਾ ਖਜ਼ਾਨਾ ਹੈ, ਜਾਂ ਸਾਰੇ ਪ੍ਰਕਾਰ ਦੇ ਪਦਾਰਥ ਨੇ। ਪਾਓ ਕਿ ਸੰਤ ਜਨਾਂ ਦੇ ਕੋਲ ਰੁੱਖਾ ਦਾਣਾ ਵੀ ਮਿਲ ਜਾਏ, ਰੁੱਖਾ ਭੋਜਨ ਵੀ ਮਿਲ ਜਾਏ, ਸਾਦਾ ਭੋਜਨ ਵੀ ਮਿਲ ਜਾਏ। ਆਖਦੇ ਨੇ ਉਹ ਸਾਰੇ ਖਜ਼ਾਨੇ ਨੇ ਉਸਦੇ ਵਿੱਚ। ਗ੍ਰਹਿ ਸਾਕਤ 36 ਪ੍ਰਕਾਰ ਤੇ ਵਿਖੂ ਸਮਾਨ। ਸਤਿਗੁਰ ਕਹਿੰਦੇ ਸਾਕਤ ਦੇ ਘਰ 36 ਪ੍ਰਕਾਰ ਦਾ ਭੋਜਨ ਹੋਵੇ, ਔਰ ਉਹ ਵਿਖਦੇ ਨਿਆਈ ਹੈ। ਸਾਕਤ ਦਾ ਅਰਥ ਹੈ ਜੋ ਪਰਮਾਤਮਾ ਨਾਲੋਂ ਟੁੱਟਿਆ ਹੋਇਆ, ਮਾਇਆ ਨਾਲ ਜੁੜਿਆ ਹੋਇਆ, ਪਰਮੇਸ਼ਰ ਦੇ ਨਾਲ ਟੁੱਟਿਆ ਹੋਇਆ। ਬਾਣੀ ਉਸ ਨੂੰ ਸਾਕਤ ਕਹਿੰਦੀ ਹੈ।
उस साकत बारे इत्थे तक लिखा कि साकत हर रस साध ना जाणिया तिन अंतर होमै कंडाए। साकत हरि दे रस नूं नहीं जानदा, ਉਹਦੇ अंदर होमै दा कंडा हुंदा है। ਤੇ ਜੋ ਜੋ ਚੱਲੈ ਚੁਬੈ ਦੁਖ ਪਾਵੈ ਜਮਕਾਲ ਸਹਿਜ ਡੰਡਾ। ਜਿਵੇਂ ਜਿਵੇਂ ਉਸ ਹੋਮੈ ਦੇ ਕੰਡੇ ਤੇ ਤੁਰਦਾ ਉਹਨੂੰ ਦੁੱਖ ਹੁੰਦਾ ਹੈ। ਇਸ ਕਰਕੇ ਮੈਂ ਕਹਿੰਦਾ ਸਾਕਤ ਮਨੁੱਖ ਦੇ ਘਰ ਦੇ 36 ਪ੍ਰਕਾਰ ਦੇ ਭੋਜਨ ਵਿਖਦੀ ਨਿਆਈ ਨੇ। ਜਦੋਂ ਅਸੀਂ ਸਾਖੀ ਪੜ੍ਹਦੇ ਹਾਂ ਭਾਈ ਲਾਲੋ ਦੀ ਅਤੇ ਮਲਕ ਭਾਗੋ ਦੀ, ਉੱਥੇ ਇਹੀ ਦੱਸਿਆ ਗੁਰੂ ਨਾਨਕ ਪਾਤਸ਼ਾਹ ਨੇ ਕਿ ਇੱਕ ਪਾਸੇ ਭਾਈ ਲਾਲੋ ਜੀ ਨੇ ਜਿਨ੍ਹਾਂ ਦੀ 10 ਨੂੰਹਾਂ ਦੀ ਕਿਰਤ ਹੈ, ਦੂਜੇ ਪਾਸੇ ਮਲਕ ਭਾਗੋ ਹੈ ਜਿਸ ਨੇ ਲੋਕਾਂ ਦੇ ਖੂਨ ਨੂੰ ਚੂਸਿਆ ਹੋਇਆ, ਲੋਕਾਂ ਦਾ ਹੱਕ ਮਾਰਿਆ ਹੋਇਆ। ਉਹ ਵਿਖਦੀ ਨਹੀਂ ਆਈ ਹੈ। ਗੁਰੂ ਸਾਹਿਬ ਕਹਿੰਦੇ ਨੇ, ਜੋ ਆਪਾਂ ਦੇਖਦੇ ਸੀ ਪੁਰਾਤਨ ਸਮੇਂ ਵਿੱਚ ਸਾਖੀਆਂ ਕਿ ਇੱਕ ਹੱਥ ਦੇ ਵਿੱਚ ਗੁਰੂ ਸਾਹਿਬ ਜੀ ਰੋਟੀ ਫੜੀ ਹੈ, ਦੁੱਧ ਜਿਹੜਾ ਵਗ ਰਿਹਾ, ਦੂਜੇ ਹੱਥ ਵਿੱਚ ਲਹੂ ਵਗ ਰਿਹਾ। ਅਸਲ ਅਰਥ ਇਹ ਸੀ ਕਿ ਜਿਹੜੀ ਭਾਈ ਲਾਲੋ ਦੀ ਕਿਰਤ ਹੈ ਉਹ ਸੱਚੀ ਸੁੱਚੀ ਹੈ, ਮਲਕ ਭਾਗੋ ਦੀ ਜਿਹੜੀ ਕਿਰਤ ਹੈ ਉਹ ਜਿਹੜੀ ਕਿਰਤ ਹੈ ਲੋਕਾਂ ਦਾ ਹੱਕ ਮਾਰੀ ਹੋਈ ਕਿਰਤ ਹੈ, ਉਹ ਵਿਖਦੇ ਸਮਾਨ ਹੈ, ਜ਼ਹਿਰ ਦੇ ਨਿਆਈ ਹੈ। ਫਿਰ ਮਹਾਰਾਜ ਕਹਿੰਦੇ ਨੇ ਭਗਤ ਜਨਾ ਕਾ ਲੂੰਗਰਾ ਓਡ ਨਗਨ ਨਾ ਹੋਈ। ਲੂੰਗਰਾ ਕਹਿੰਦੇ ਨੇ ਪਾਟਾ ਹੋਇਆ ਕੰਬਲ। ਕਹਿੰਦੇ ਭਗਤਾਂ ਦੇ ਕੋਲ ਪਾਟਾ ਹੋਇਆ ਕੰਬਲ ਮਿਲ ਜਾਏ ਅਤੇ ਉਸ ਨੂੰ ਓਢ ਲਈਏ ਅਤੇ ਬੰਦਾ ਕਦੇ ਨੰਗਾ ਨਹੀਂ ਹੁੰਦਾ, ਭਾਵ ਕਿਸੇ ਦੀ ਬੇਇੱਜ਼ਤੀ ਨਹੀਂ ਹੁੰਦੀ, ਬੇਪਤ ਨਹੀਂ ਹੁੰਦਾ ਮਨੁੱਖ। ਸਾਕਤ ਸਿਰ ਪਾਓ ਰੇਸ਼ਮੀ ਪਹਿਰਤ ਪਤ ਖੋਈ। ਪਰ ਸਾਕਤ ਮਨੁੱਖ ਦੇ ਕੋਲੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਸਿਰ ਪਾਓ ਰੇਸ਼ਮੀ ਮਿਲ ਜਾਏ, ਭਾਵ ਕਿ ਸਿਰ ਤੋਂ ਲੈ ਕੇ ਪੈਰ, ਸਿਰ ਪਾਓ ਸਰੋਪੇ ਦਾ ਅਰਥ ਕੀ ਹੈ? ਜਿਹੜਾ ਸਿਰ 'ਤੇ ਲੈ ਕੇ ਪੈਰ ਤੱਕ ਮਨੁੱਖ ਨੂੰ ਕੱਜ ਦਿੰਦਾ ਉਹਨੂੰ ਸਰੋਪਾ ਕਹਿੰਦੇ ਆ, ਸਿਰ ਪਾਓ ਕਹਿੰਦੇ ਆ। ਮਹਾਰਾਜ ਕਹਿੰਦੇ ਸਾਕਤ ਮਨੁੱਖ ਦੇ ਘਰ ਦਾ ਮਿਲਿਆ ਹੋਇਆ ਰੇਸ਼ਮੀ ਵਸਤਰ ਜਿਹੜਾ ਸਰੋਪਾ ਜਿਹੜਾ ਪਹਿਰਤ ਪਦ ਖੋਈ, ਉਹਨੂੰ ਪਹਿਰ ਕੇ ਮਨੁੱਖ ਦੀ ਇੱਜ਼ਤ ਚਲੀ ਜਾਂਦੀ ਹੈ, ਪਹਿਰ ਕੇ ਇੱਜ਼ਤ ਨਹੀਂ ਰਹਿੰਦੀ। ਕਿਉਂਕਿ ਲੋਕ ਕਹਿੰਦੇ ਨੇ ਇਹ ਫਲਾਣੇ ਠੱਗ ਬੰਦੇ ਨੇ ਦਿੱਤਾ, ਇਹ ਫਲਾਣੇ ਉਸ ਬੰਦੇ ਨੇ ਦਿੱਤਾ ਜਿਹੜਾ ਕਿ ਬੜਾ ਮਾੜਾ ਇਨਸਾਨ ਹੈ, ਜਿਹੜਾ ਕਿ ਪਰਮਾਤਮਾ ਨਾਲੋਂ ਟੁੱਟਿਆ ਹੋਇਆ ਇਨਸਾਨ ਹੈ। ਇਸ ਕਰਕੇ ਮੈਂ ਕਿਹਾ ਉਹਨੂੰ ਪੈਰ ਕੇ ਵੀ ਮਨੁੱਖ ਦੀ ਇੱਜ਼ਤ ਨਹੀਂ ਰਹਿੰਦੀ। ਪਰ ਭਗਤਾਂ ਦੇ ਕੋਲੋਂ ਮਿਲਿਆ ਹੋਇਆ ਪਾਟਾ ਹੋਇਆ ਕੰਬਲ, ਉਸ ਨੂੰ ਓੜ ਕੇ ਵੀ ਮਨੁੱਖ ਦੀ ਇੱਜ਼ਤ ਵੱਲ ਜਾਂ ਮਨੁੱਖ ਦੇ ਜੀਵਨ ਵੱਲ ਕੋਈ ਉਂਗਲ ਨਹੀਂ ਕਰ ਸਕਦਾ। ਅਗਲੇ ਵਚਨ ਕੀਤੇ ਮਹਾਰਾਜ ਨੇ ਸਾਕਤ ਸਿਉ ਮੁਖ ਜੋਰੀਐ ਅਧ ਵਿੱਚੋਂ ਟੁੱਟੈ। ਜਿਹੜਾ ਮਨੁੱਖ ਸਾਕਤ ਦੇ ਨਾਲ ਆਪਣਾ ਸੰਬੰਧ ਬਣਾਉਂਦਾ ਹੈ, ਮੁਖ ਜੋਰੀਆ ਦਾ ਅਰਥ ਹੈ ਉਸ ਦੇ ਨਾਲ ਜੁੜਦਾ ਹੈ, ਅਤੇ ਸਾਕਤ ਦੇ ਨਾਲ ਪਾਈ ਹੋਈ ਦੋਸਤੀ, ਸਾਕਤ ਦੇ ਨਾਲ ਬਣਾਇਆ ਹੋਇਆ ਸੰਬੰਧ ਉਹ ਅਧ ਵਿਚਕਾਰ ਤੋਂ ਹੀ ਟੁੱਟ ਜਾਂਦਾ ਹੈ। ਪਰ ਸਾਕਤ ਨਾਲ ਪਾਈ ਹੋਈ ਪ੍ਰੀਤ ਜਿਹੜੀ ਹੈ ਉਹ ਸਿਰੇ ਤੱਕ ਨਹੀਂ ਨਿਭਦੀ, ਆਖਿਰ ਤੱਕ ਨਹੀਂ ਨਿਭਦੀ, ਵਿਚਕਾਰ ਹੀ ਟੁੱਟ ਜਾਂਦੀ ਹੈ। ਕਿਉਂਕਿ ਜਿੰਨਾ ਕੋਈ ਸਾਕਤ ਨੇ ਕੋਈ ਮਾਇਆ ਦੇ ਵਿੱਚ ਗਲਤਾਨ ਹੋ ਕੇ ਬੋਲ ਦਿੱਤਾ, ਉਸ ਦਿਨ ਹੀ ਦੋਸਤੀ ਜਿਹੜੀ ਸੀ, ਮਿੱਤਰਤਾ ਜਿਹੜੀ ਸੀ ਉਹ ਖਤਮ ਹੋ ਗਈ। ਆਓ ਕਿ ਉਸਦੇ ਨਾਲ ਤੋੜ ਨਹੀਂ ਨਿਭਦੀ, ਸਾਕਤ ਦੇ ਨਾਲ ਆਖਿਰ ਤੱਕ ਨਹੀਂ ਨਿਭ ਸਕਦੀ। ਜਿਹੜਾ ਸਾਕਤ ਹੋਏਗਾ ਨਾ ਉਸਦੇ ਨਾਲ ਜੇ ਦੋਸਤੀ ਵੀ ਪਾ ਲਈਏ, ਉਸਦਾ ਸੰਗ ਵੀ ਕਰੀਏ, ਉਸਦੇ ਨਾਲ ਮੁੱਖ ਜੋੜ ਲਈਏ, ਪਾਓ ਕਿ ਉਸਦੇ ਨਾਲ ਸੰਬੰਧ ਬਣਾ ਲਈਏ ਤਾਂ ਅਧ ਵਿਚਕਾਰ ਤੋਂ ਹੀ ਟੁੱਟ ਜਾਂਦੀ ਹੈ। ਪਰ ਦੂਜੇ ਪਾਸੇ ਹਰ ਜਨ ਕੀ ਸੇਵਾ ਜੋ ਕਰੇ ਇਤ ਉਹ ਤੈ ਛੁਟੈ। ਹਰੀ ਦੇ ਜਨ ਦੀ ਜੋ ਸੇਵਾ ਕਰਦਾ ਉਹ ਇਸ ਲੋਕ ਵਿੱਚ ਅਤੇ ਪਰਲੋਕ ਵਿੱਚ ਉਹਦਾ ਛੁਟਕਾਰਾ ਹੋ ਜਾਂਦਾ ਹੈ। ਭਾਵ ਕਿ ਇੱਥੇ ਵੀ ਉਹ ਵਿਕਾਰਾਂ ਤੋਂ ਬਚ ਜਾਂਦਾ ਹੈ ਅਤੇ ਅੱਗੇ ਵੀ ਮਾਲਕ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ ਹੈ। ਸਭ ਕੁਛ ਤੁਮ ਹੀ ਤੇ ਹੋਆ। ਸਦੋਂ ਕਹਿੰਦੇ ਸਭ ਕੁਝ ਖੇਡ ਪਰਮਾਤਮਾ ਤੁਸੀਂ ਰਚੀ ਹੈ, ਆਪ ਬਣਤ ਬਣਾਈ, ਆਪ ਸੰਸਾਰ ਦੀ ਇਹ ਬਣਤਰ ਬਣਾਈ ਹੈ। ਦਰਸ਼ਨ ਭੇਟਤ ਸਾਧਕਾ ਨਾਨਕ ਗੁਣ ਗਾਈ। ਮਹਾਰਾਜ ਕਹਿੰਦੇ ਨਾਨਕ ਤਾਂ ਗੁਰੂ ਦਾ ਦਰਸ਼ਨ ਕਰਕੇ ਹੇ ਪ੍ਰਭੂ ਤੇਰੇ ਗੁਣ ਗਾਉਂਦਾ ਹੈ। ਹੇ ਨਾਨਕ ਗੁਰੂ ਦਾ ਦਰਸ਼ਨ ਕਰਕੇ, ਗੁਰੂ ਦੀ ਸੰਗਤ ਕਰਕੇ